टीवी उत्ते खड़े खड़े हो कही जाते हैं सरकार ने पैसे नहीं दिते तो मैं तो कद्दू ही करूँगा, मतलब कि सरकार ने पैसे नहीं दिते तो मैं तो अपनी जमीन को तबाह ही करूँगा। मजाक किया जी, मजाक किया जी, अस कद्दू ही करांगे। वो भाई जेकर सरकार तुहानू पैसे नहीं दे रही तो असीं अपनी तबाही आप करांगे। मतलब कि मेरे घर नूं लगी अग, पानी की बाल्टी कोरे पई है, मैं रौला पाई जाना सरकार फायर ब्रिगेड नहीं भेज रही, पानी की बाल्टी नहीं चुक रहा, मैं पानी की बाल्टी चुक के तो उपर पावां। जिन्हां ने एक कद्दू बंद करता 3-4 साल च उन्हां दी जमीन बड़ी भोली हो जाती है। सरकारां बदलण दे नाल समाज नहीं बदलदे, समाज नूं बदलना ये समाज नूं सिर्फ समाज सेवी बदल सकते हैं। एक साल दे विच असीं अपनी जमीन नूं किन्ने साल पिछे जा रहे हैं कि ਜਿਹੜੇ NRIs ਨੇ ਉਹ ਇੱਕ $50 ਘੱਟੋ ਘੱਟ 1 ਏਕੜ ਦਾ ਛੱਡ ਦੇਣ ਤੇ 1400-1600 ਰੁਪਈਆ ਸਰਕਾਰ ਦੇ ਰਹੀ ਹੈ। ਇਹ ਕਨਸੈਪਟ ਜਿਹੜਾ ਹੈਗਾ ਇਹ ਕਿੱਦਾਂ ਦਾ ਹੈ? ਦੂਜੀਆਂ ਜਿਹੜੀਆਂ ਫਸਲਾਂ ਚ ਉਹਦੇ ਸਾਡੀ ਆਮਦਨ ਨਹੀਂ ਵਧ ਰਹੀ ਜੀ, ਪਰ ਨੁਕਸਾਨ ਤਾਂ ਨਹੀਂ ਨਾ ਹੋ ਰਿਹਾ। ਬਿਲਕੁਲ ਨੁਕਸਾਨ ਤਾਂ ਨਹੀਂ ਨਾ ਹੋ ਰਿਹਾ। ਹਰ ਸਾਲ ਅਸੀਂ ਆਪਣੀ ਜ਼ਮੀਨ ਦਾ ਨੁਕਸਾਨ ਕਰਾ ਰਹੇ ਹਾਂ, ਉਹਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਾਂ। ਕੱਲ ਮੈਨੂੰ ਪਤਾ ਲੱਗਿਆ ਕੈਨੇਡਾ ਦੇ ਵਿੱਚ ਇੱਕ ਸਰਵੇ ਹੋਇਆ ਔਰ ਉਸ ਸਰਵੇ ਦੇ ਵਿੱਚ ਤੁਹਾਡੀ ਗੱਲ ਸਵੀਕਾਰ ਕਰ ਲਈ ਗਈ ਹੈ ਔਰ NRI ਭਰਾਵਾਂ ਨੇ ਇੱਕ ਮਤਾ ਵੀ ਪਾ ਦਿੱਤਾ ਗਿਆ ਕਿ ਜਿਹੜੀ ਅਸੀਂ ਜ਼ਮੀਨ ਕਿਸੇ ਨੂੰ ਠੇਕੇ ਤੇ ਦੇਵਾਂਗੇ ਅਸੀਂ ਉਹਦੇ ਤੇ ਲਿਖਤ ਕਰਾਂਗੇ ਵੀ ਤੂੰ ਝੋਨੇ ਦੀ ਬਿਜਾਈ ਨਹੀਂ ਕਰੇਗਾ। ਇਹ ਤਾਂ ਉੱਪਰ ਦਾ ਕ੍ਰਿਸ਼ਮਾ। ਪੰਜਾਬ ਦੇ ਵਿੱਚ ਹੁਣ ਜਦੋਂ ਝੋਨੇ ਦੀ ਲਵਾਈ ਲਈ ਪੰਜਾਬ ਸਰਕਾਰ ਨੇ 4 ਖੇਤਰਾਂ ਦੇ ਵਿੱਚ ਪੰਜਾਬ ਨੂੰ ਵੰਡ ਦਿੱਤਾ ਹੈ ਤੇ ਉਸ ਸਮੇਂ ਬੁੱਧੀਜੀਵੀ, ਸਿੱਖ ਚਿੰਤਕ, ਪ੍ਰਸਿੱਧ ਵਕੀਲ ਔਰ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਸਰਦਾਰ HS ਫੂਲਕਾ ਚਿੰਤਾ ਜ਼ਾਹਰ ਕਰ ਰਹੇ ਨੇ ਔਰ ਦਿੱਲੀ ਤੋਂ ਆਏ ਨੇ ਪੰਜਾਬ ਦੇ ਵਿੱਚ ਇੱਕ ਨਵਾਂ ਹੋਕਾ ਦੇਣ ਦੇ ਲਈ ਕਿ ਅਸੀਂ ਡਾਇਰੈਕਟ ਸੋਇੰਗ ਰਾਈਸ ਜਿਹੜੀ DSR ਵਿਧੀ ਹੈ, ਝੋਨਾ ਜਿਹੜਾ ਅਸੀਂ ਬੀਜਦੇ ਹਾਂ ਰਵਾਇਤੀ ਤੌਰ ਦੇ ਉੱਤੇ ਕੱਦੂ ਕਰਕੇ ਬੀਜਦੇ ਹਾਂ ਔਰ 21 ਦਿਨ ਉਹਦੇ 'ਚ ਪਾਣੀ ਖੜਾ ਰਹਿੰਦਾ ਤੇ ਫਿਰ ਸਾਡੀ ਫਸਲ ਹੁੰਦੀ ਹੈ। ਜਦੋਂ ਹੁਣ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਹੋ ਰਿਹਾ ਹੈ, ਯੂਨੀਵਰਸਿਟੀਆਂ ਤੇ ਖੋਜਕਰਤਾ ਜਿਹੜੇ ਸਾਨੂੰ ਇਹ ਰਿਪੋਰਟਾਂ ਦੇ ਰਹੇ ਨੇ ਕਿ 20 ਸਾਲ ਦਾ ਸਾਡੇ ਕੋਲੇ ਪਾਣੀ ਰਹਿ ਗਿਆ ਔਰ ਧਰਤੀ ਜਿਹੜੀ ਸਾਡੀ ਉਹ ਬੰਜਰ ਬਣਨ ਦੇ ਲਾਗੇ ਤਾਗੇ ਪਹੁੰਚ ਚੁੱਕੀ ਹੈ। ਤੇ ਇਸ ਚਿੰਤਾ ਨੂੰ ਪ੍ਰਸਿੱਧ ਵਕੀਲ HS ਫੂਲਕਾ ਨੇ ਆਪਣੇ ਪਿੰਡੇ ਤੇ ਹਟਾਉਣ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਵੀ ਪਹੁੰਚ ਕੀਤੀ ਹੈ। ਸੋ ਅੱਜ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਕੋਲ ਆਓ, ਤਾਂ HS ਫੂਲਕਾ ਸਾਹਿਬ ਸਾਡੇ ਕੋਲ ਆਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ, ਫਿਰ ਅਸੀਂ ਇਸ 'ਤੇ ਚਰਚਾ ਕਰਾਂਗੇ। ਫੂਲਕਾ ਸਾਹਿਬ, ਥੈਂਕ ਯੂ, ਤੁਹਾਡਾ ਸ਼ੁਕਰੀਆ, ਤੁਸੀਂ ਦਰਸ਼ਨ ਦਿੱਤੇ ਜੀ। ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੂਲਕਾ ਸਾਹਿਬ, DSR ਵਿਧੀ ਰਵਾਇਤੀ ਫਸਲ ਹੈ ਝੋਨਾ ਤੇ ਕਣਕ। ਕਿਸਾਨ ਚਾਹੁੰਦਾ ਹੈ ਕਿ ਨਗਦੀ ਫਸਲਾਂ ਨੇ ਸਾਡੀਆਂ, ਅਸੀਂ ਇਹ ਬੀਜੀਏ ਤੇ ਅਸੀਂ ਆਪਣੀ ਜਿਹੜੀ ਹੈ ਆਰਥਿਕਤਾ ਨੂੰ ਹੁਲਾਰਾ ਦਈਏ। ਭਾਵੇਂ ਕਿ ਸਹਾਇਕ ਧੰਦੇ ਬਹੁਤ ਹੈਗੇ ਨੇ ਪਰ ਬਹੁਤ ਸਾਰੇ ਕਿਸਾਨ ਹੈ ਜਿਹੜੇ ਉਹ ਸਹਾਇਕ ਧੰਦਿਆਂ ਨੂੰ ਉਨੀ ਸ਼ਿੱਦਤ ਨਾਲ ਨਹੀਂ ਲੈਂਦੇ ਜਿੰਨਾ ਕਣਕ ਝੋਨੇ ਨੂੰ ਲੈਂਦੇ ਨੇ। ਹੁਣ ਜਦੋਂ ਰਿਪੋਰਟਾਂ ਆ ਰਹੀਆਂ ਨੇ ਕਿ 20 ਸਾਲ ਦਾ ਪਾਣੀ ਸਾਡੇ ਕੋਲ ਰਹਿ ਗਿਆ, ਤੁਸੀਂ ਚਿੰਤਾ ਜ਼ਾਹਰ ਕੀਤੀ ਹੈ, ਬੰਜਰ ਹੋ ਰਹੀ ਹੈ ਧਰਤੀ। DSR ਜਿਹੜੀ ਵਿਧੀ ਹੈਗੀ ਹੈ ਉਹ ਸਾਡੇ ਲਈ ਹੁਣ ਵਾਈਬਲ ਨਹੀਂ ਤੇ ਐਨਾਰੋਬਿਕ ਜਿਹੜੀ ਹੈਗੀ ਹੈ ਵਿਧੀ, ਐਨਾਰੋਬਿਕ ਰਾਈਸ ਸੀਡਿੰਗ ਜਿਹਨੂੰ ਤੁਸੀਂ ARI ਕਹਿੰਦੇ ਹੋ, ਐਨਾਰੋਬਿਕ ਸੋਇੰਗ ਆਫ ਰਾਈਸ, ASR ਵਿਧੀ ਦਾ ਖਿਆਲ ਜਿਹੜਾ ਹੈਗਾ ਤੁਹਾਡੇ ਮਨ 'ਚ ਕਦੋਂ ਆਉਂਦਾ ਤੇ ਇਹ ਚਿੰਤਾ ਲੈ ਕੇ ਤੁਸੀਂ ਪੰਜਾਬ ਆਉਂਦੇ ਹੋ ਅੱਜ? ਇਹ ਪਹਿਲਾਂ ਤਾਂ ਆਪਾਂ ਚਿੰਤਾ ਦੀ ਗੱਲ ਕਰੀਏ। ਜਸਵਿੰਦਰ ਜੀ, ਕਾਫੀ ਦੇਰ ਤੋਂ ਜਦੋਂ ਸੁਣ ਰਹੇ ਸੀ ਇਹ ਕਿ ਜੀ ਜੋ ਝੋਨੇ ਦੇ ਨਾਲ ਕੱਦੂ ਕਰਨ ਦੇ ਨਾਲ ਖਾਸ ਕਰਕੇ ਪੰਜਾਬ ਦੀ ਜ਼ਮੀਨਾਂ ਦਾ ਬੁਰਾ ਹਾਲ ਹੋ ਰਿਹਾ ਜੀ, ਬੜੀ ਦੇਰ ਤੋਂ ਚਿੰਤਾ ਤਾਂ ਬੜੀ ਸੀ ਕੀ ਕੀਤਾ ਜਾਵੇ, ਪਰ ਇਹ ਸੀ ਕਿ ਖੇਤੀ ਮਾਹਰ ਨੇ ਉਹ ਕੰਮ ਕਰਨਗੇ, ਕੋਈ ਦੂਸਰਾ ਵੀ ਸਰਕਾਰਾਂ ਕੁਛ ਕਰਨਗੀਆਂ, ਸਰਕਾਰਾਂ ਕਿਸਾਨਾਂ ਨੂੰ ਕੋਈ ਹੋਰ ਸੰਕਲਪ ਦੇਣਗੀਆਂ, ਕੋਈ ਤਰੀਕਾ ਹੋਊਗਾ। ਤੇ ਮੈਨੂੰ ਵੀ ਇਹ ਸੀ ਕਿ ਵੀ ਸ਼ਾਇਦ ਸਰਕਾਰ 'ਤੇ ਨਿਰਭਰ ਰਹਿ ਕੇ ਹੀ ਕਿ ਇਹ ਸਭ ਕੁਛ ਹੋ ਸਕਦਾ। ਸਰਕਾਰ 'ਤੇ
ਛੱਡਿਆ ਹੀ, ਸਰਕਾਰ ਨੂੰ ਹੀ ਕੁਛ ਕਰਨਾ ਪੈਣਾ, ਕਿਸਾਨ ਆਪ ਕੁਛ ਕਰ ਨਹੀਂ ਸਕਦੇ। ਪਰ ਪਿੱਛੇ ਜੇ ਮੈਨੂੰ ਨਾ ਇੱਕ ਉਹ ਦਰਬਾਰੇ ਖਾਲਸਾ ਇੱਕ ਸੰਸਥਾ ਹੈ ਜੀ, ਤੇ ਉਹ ਹਰਜਿੰਦਰ ਸਿੰਘ ਮਾਝੀ ਹੋਰੀ ਨਾਲ ਜੁੜੇ ਨੇ, ਤੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਮੱਧਕੇ ਆ ਜੀ। ਉਹ ਕੁਲਦੀਪ ਸਿੰਘ ਮੱਧਕੇ ਨੇ ਕਾਫੀ ਦੇਰ ਤੋਂ, ਸਾਲਕ ਤੋਂ, ਉਹ ਇਹ ਅਵਤਾਰ ਸਿੰਘ ਫਗਵਾੜਾ ਨੇ, ਇਹ ਜਿਹੜੇ ਫਗਵਾੜੇ ਡਾਕਟਰ ਅਵਤਾਰ ਸਿੰਘ ਫਗਵਾੜਾ, ਇਹਨਾਂ ਨੇ ਇੱਕ ਖੇਤੀ ਦਾ ਮਾਡਲ ਤਿਆਰ ਕੀਤਾ ਜਿਹਦਾ ਕਿ ਕੁਦਰਤੀ ਖੇਤੀ ਦੇ ਤੌਰ ਦੇ ਉੱਤੇ ਇਹ ਖੇਤੀ ਕਰਦੇ ਆ, ਤੇ ਉਹਦੇ ਨਾਲ ਬਈ ਇਹ ਕਲੇਮ ਕਰਦੇ ਆ ਕਿ ਕਾਫੀ ਦੁੱਗਣੀ ਤਿੱਗਣੀ ਇਹਦੇ ਨਾਲ ਆਮਦਨ ਹੋ ਜਾਂਦੀ ਹੈ। ਤੇ ਝੋਨੇ ਦਾ ਵੀ ਇਹਨਾਂ ਨੇ ਇੱਕ ਤਰੀਕਾ ਤਿਆਰ ਕੀਤਾ, ਜਦੋਂ ਕਿ ਉਹ ਕਹਿੰਦੇ ਆ ਕਿ ਝੋਨਾ ਨਾ ਬੀਜੋ, ਪਰ ਜਿਹਨੇ ਬੀਜਣਾ ਉਹ ਤੁਸੀਂ ਇਹ ASR ਵਿਧੀ ਨਾਲ ਬੀਜੋ, ਅਨਰੋਬਿਕ ਸੋਇੰਗ ਆਫ ਰਾਈਸ ਨਾ ਬੀਜੋ। ਉਹ ਜਦੋਂ ਕੁਲਦੀਪ ਹੁਰੀ ਇਹਨਾਂ ਨਾਲ ਲੱਗੇ ਜੀ, ਉਹ ਖੇਤੀ ਸਤਸੰਗ, ਬੜਾ ਵਧੀਆ ਨਾਮ, ਜਦੋਂ ਉਹਨੇ ਮੈਨੂੰ ਆ ਕੇ ਦੱਸਿਆ, ਉਹ ਮੇਰੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹ ਮੇਰੇ ਕੋਲ ਆਏ ਤੇ ਉਹਨਾਂ ਨੇ ਆ ਕੇ ਕਿਹਾ ਜੀ ਅਸੀਂ ਕਿਸਾਨਾਂ ਦਾ ਖੇਤੀ ਸਤਸੰਗ ਕਰਦੇ ਹਾਂ, ਤੇ ਵੀ ਤੁਸੀਂ ਜੇਕਰ ਵਿੱਚ ਆ ਜਾਓ ਤਾਂ ਸਾਨੂੰ ਕਾਫੀ ਜ਼ੋਰ ਮਿਲੇਗਾ, ਤੇ ਅਸੀਂ ਕਿਸਾਨਾਂ ਨੂੰ ਇਹ ਤਰੀਕਾ ਬਦਲ ਕੇ, ਕੱਲਾ ਝੋਨਾ ਨਹੀਂ, ਖੇਤੀ ਦਾ ਤਰੀਕਾ ਬਦਲ ਕੇ ਜੋ ਖੇਤੀ ਦੀ ਆਮਦਨ ਵਧਾਉਣ ਵਾਲੇ ਤਰੀਕੇ ਨੂੰ ਚੱਲ ਜਾਵਾਂਗੇ। ਮੈਨੂੰ ਬੜਾ ਉਹਦੇ 'ਚ ਇੰਟਰਸਟ ਹੋਇਆ ਲੱਗਿਆ, ਤੇ ਮੈਂ ਫਿਰ ਉਹਨਾਂ ਦੇ ਜ਼ੂਮ ਸੈਮੀਨਾਰ ਉਹ ਕਰਦੇ ਨੇ, ਜ਼ੂਮ ਸੈਮੀਨਾਰ ਮੈਂ 2-3 ਅਟੈਂਡ ਕੀਤੇ, ਜੋ ਦੇਖੇ ਕਿਸਾਨ ਉਹਦੇ 'ਚ ਬੜੇ ਉਤਸ਼ਾਹਿਤ ਹੋਏ, ਕਾਫੀ ਸੈਂਕੜਾ ਕਿਸਾਨ ਉਹਦੇ ਜ਼ੂਮ ਸੈਮੀਨਾਰ ਦੇ ਵਿੱਚ ਜੁਆਇਨ ਕਰ ਲੈਂਦੇ ਆ। ਫਿਰ ਮੈਂ ਆਪ ਗਿਆ ਫਗਵਾੜੇ ਦੇਖਣ। ਫਗਵਾੜੇ ਜਦੋਂ ਮੈਂ ਜਾ ਕੇ ਦੇਖਿਆ, ਸਾਰਾ ਦੇਖ ਕੇ ਸੁਣ ਕੇ ਮੈਂ ਬੜਾ ਹੈਰਾਨ ਹੋਇਆ। ਜਦੋਂ ਮੈਂ ਕਿਹਾ ਜੇਕਰ ਐਸੇ ਤਰੀਕੇ ਹੈਗੇ ਨੇ ਸਾਡੇ ਕੋਲੇ ਹੈ ਜਿਹੜੇ ਕਿ ਕਿਸਾਨ ਖੁਦ ਕਰ ਸਕਦਾ, ਔਰ ਉਹਦੇ ਜਿਉਂਦੇ ਜਾਗਦੇ ਮਾਡਲ ਵੀ ਸਾਡੇ ਕੋਲੇ ਹੈਗੇ। ਫਿਰ ਮੈਂ ਆਪ ਖੁਦ ਗੱਲ ਕੀਤੀ, ਮੈਂ ਕਿਹਾ ਜਿਨ੍ਹਾਂ ਨੇ ਇਹ ਤਰੀਕਾ ASR ਬਤਿਆ, ਮੈਂ ਕਿਹਾ ਦੂਜੀ ਖੇਤੀ ਦੇ ਤਰੀਕੇ ਤਾਂ ਆਪਾਂ ਚਲੋ ਟਾਈਮ ਹੈਗਾ, ਹੌਲੀ ਹੌਲੀ ਕਰ ਲਾਂਗੇ, ਪਰ ਆ ਜਿਹੜਾ ਝੋਨੇ ਦਾ ਕੱਦੂ ਵਾਲਾ, ਇਹ ਤਾਂ ਐਮਰਜੈਂਸੀ ਆ। ਬਿਲਕੁਲ, ਮਤਲਬ ਕਿ ਇੱਕ ਸਾਲ ਦੇ ਵਿੱਚ ਅਸੀਂ ਆਪਣੀ ਜ਼ਮੀਨ ਨੂੰ ਕਿੰਨੇ ਸਾਲ ਪਿੱਛੇ ਲਿਜਾ ਰਹੇ ਹਾਂ। ਇੱਕ ਸਾਲ 'ਚ ਅਸੀਂ ਪਾਣੀ ਆਪਣਾ ਐਕਸਪੋਰਟ ਕਰ ਰਹੇ ਹਾਂ। 7500 ਜਿਹੜਾ ਲੀਟਰ ਹੈ ਉਹ 1 ਕਿਲੋ ਚਾਵਲ ਦੇ ਉੱਤੇ ਲੱਗਦਾ ਹੈ। ਬਿਲਕੁਲ, ਅਸੀਂ ਉਹ ਪਾਣੀ ਦੀ ਕੀਮਤ ਲਾ ਨਹੀਂ ਰਹੇ, ਜਿਹੜਾ ਅਸੀਂ ਚਾਵਲ ਵੇਚ ਰਹੇ ਹਾਂ ਘਾਟਾ ਇਹਦਾ ਸੌਦਾ। ਸਾਡੀ ਫਸਲ ਨਹੀਂ, ਉਹ ਅਸੀਂ ਖਾਂਦੇ ਨਹੀਂ। ਬਸ ਗੱਲ ਉਹੀ ਤੁਹਾਡੀ ਗੱਲ ਹੈ। ਬਲਕਿ ਜੋ ਸਾਨੂੰ ਨਹੀਂ ਦਿਖਦਾ ਉਹਨੂੰ ਅਸੀਂ ਸੋਚ ਹੀ ਨਹੀਂ ਰਹੇ। ਜਿੰਨਾ ਨੁਕਸਾਨ ਆਪਾਂ ਆਪਣੀ ਜ਼ਮੀਨ ਦਾ ਕਰ ਰਹੇ ਹਾਂ, ਆਪਣੇ ਪਾਣੀ ਦਾ ਕਰ ਰਹੇ ਹਾਂ, ਉਹਦੇ ਬਾਰੇ ਸਾਡਾ ਵਿਚਾਰ ਹੀ ਨਹੀਂ। ਜੋ ਅਸੀਂ ਕੱਢ ਕੇ ਜਾ ਕੇ ਵੇਚਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਨੂੰ ਇਹ ਫਾਇਦਾ ਹੋ ਗਿਆ। ਤੇ ਇਸ ਕਰਕੇ ਨਾ ਜਦੋਂ ਮੈਂ ਫਿਰ ਉੱਥੇ ਜਾ ਕੇ ਦੇਖਿਆ, ਆਪ ਕੀਤਾ, ਸਾਰੇ ਕਿਸਾਨਾਂ ਨਾਲ ਮੈਂ ਖੁਦ ਗੱਲ ਕੀਤੀ। ਜਦੋਂ ਖੁਦ ਗੱਲ ਕਰਕੇ ਉਹ ਸਾਰੇ ਕਿਸਾਨਾਂ ਨੇ ਦੱਸਿਆ ਕਿ ਜੀ ਸਾਨੂੰ ਜਿਹੜੇ ਬੀਜਦੇ ਆ ਕਿ ਸਾਨੂੰ ਤਾਂ ਫਾਇਦਾ ਹੋਇਆ, ਇੰਨਾ ਫਾਇਦਾ ਹੋ ਰਿਹਾ। ਜਦੋਂ ਮੈਂ ਉਹ ਦੇਖਿਆ, ਮੈਂ ਕਿਹਾ ਵੀ ਇਹ ਫਿਰ ਅੱਗੇ ਕਿਉਂ ਨਹੀਂ ਵੱਧ ਰਿਹਾ। ਮੈਂ ਫਿਰ ਉਹਨਾਂ ਨਾਲ, ਕੁਲਦੀਪ ਸਿੰਘ ਹੋਰਾਂ ਨਾਲ ਵੀ ਸਲਾਹ ਕੀਤੀ, ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਨਾਲ ਸਲਾਹ ਕੀਤੀ। ਫਿਰ ਸਭ ਤੋਂ ਵੱਡੀ ਗੱਲ, ਜੋ ਅਵਤਾਰ ਸਿੰਘ ਢੀਂਡਸਾ, ਜੋ ਫਲਾਰ ਕਿੰਗ ਆਫ ਇੰਡੀਆ ਨੇ ਜੀ, ਬਿਲਕੁਲ, ਜਿਨ੍ਹਾਂ ਨੇ ਮਤਲਬ ਕਿ ਉਹ 35 ਦੇਸ਼ਾਂ ਨੂੰ ਉਹ ਫਲਾਵਰ ਸੀਡ ਐਕਸਪੋਰਟ ਕਰਦੇ ਆ, ਫੁੱਲਾਂ ਦਾ ਸੀਡ, ਸੰਗਰੂਰ ਜ਼ਿਲ੍ਹੇ ਦੇ ਲਾਂਗੜੀਆਂ ਪਿੰਡ ਤੋਂ। ਮਤਲਬ ਕਿ 5000 ਕਿੱਲੇ ਉਹ ਬੀਜਦੇ ਆ। ਬਿਲਕੁਲ ਬੀਜਦੇ ਉਹ ਇੱਥੇ ਪੰਜਾਬ ਦੇ ਵਿੱਚ ਵੀ, ਤੇ ਹਿਮਾਚਲ ਵਿੱਚ ਵੀ, ਤੇ ਕਰਨਾਟਕਾ ਵਿੱਚ ਵੀ। ਉਹਨਾਂ ਦੇ ਖੇਤ ਚਲੇ ਜਾਓ, ਲੱਗਦਾ ਤੁਸੀਂ ਇੰਗਲੈਂਡ ਜਾਂ ਯੂਰਪ ਨਾ ਜੀ। ਹਾਲੈਂਡ ਦੁਨੀਆ ਦਾ ਸਭ ਤੋਂ ਜ਼ਿਆਦਾ ਫੁੱਲਾਂ ਦਾ ਉੱਪਰ ਇੰਗਲੈਂਡ, ਹਾਲੈਂਡ ਮਤਲਬ ਕਿ ਹਾਲੈਂਡ ਨੂੰ ਵੀ ਬੀਜ ਭੇਜਦੇ ਆ, ਅਮਰੀਕਾ ਨੂੰ ਵੀ ਭੇਜਦੇ ਆ, ਇੱਥੋਂ ਤੱਕ। ਮਤਲਬ ਕਿ ਉਹ ਡਾਕਟਰ ਅਵਤਾਰ ਸਿੰਘ ਮੇਰੇ ਜਮਾਤੀ ਨੇ ਜੀ। ਅਸੀਂ BSc ਐਗਰੀਕਲਚਰ ਇਕੱਠੀ ਕੀਤੀ, ਮੈਂ BSc ਐਗਰੀਕਲਚਰ ਕੀਤੀ ਹੈ। ਉਸ ਤੋਂ ਮਗਰੋਂ ਮੈਂ ਲਾਅ ਕਰਨ ਚਲਾ ਗਿਆ, ਤੇ ਉਹ MSc ਹਾਰਟੀਕਲਚਰ ਕਰਨ ਚਲੇ ਗਏ। ਉਦੋਂ ਬਾਅਦ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਮੈਂ ਜਦੋਂ ਉਹਨਾਂ ਨੂੰ ਅਵਤਾਰ ਜੀ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦੱਸੋ। ਕਹਿੰਦੇ ਵੀ ਮੈਂ ਤਾਂ ਆਪ ਜਾ ਕੇ ਦੇਖ ਕੇ ਹੈਰਾਨ ਹੋ ਗਿਆ। ਕਹਿੰਦੇ ਮੈਂ ਬੜੇ ਕੰਟਰੀ, ਕਿਉਂਕਿ ਪਿੱਛੇ ਜੇ ਵੀ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਸਾਰੀਆਂ ਉਹਨਾਂ ਨੂੰ ਕੰਸਲਟ ਕਰਦੀਆਂ, ਲਗਭਗ ਬਾਦਲ ਸਾਹਿਬ ਵੀ ਉਹਨਾਂ ਨੂੰ ਕੰਸਲਟ ਕਰ ਰਹੇ ਸੀ, ਇਹ ਕੈਪਟਨ ਅਮਰਿੰਦਰ ਸਿੰਘ ਵੀ ਕੰਸਲਟ ਕਰ ਰਹੇ ਸੀ। ਚਾਹੇ ਕਰਦੇ ਕੁਛ ਨਹੀਂ, ਉਹ ਆਪਣੇ ਲਈ ਕਰਦੇ ਆ। ਉਹ ਕਹਿੰਦੇ ਸਾਡੀ ਜ਼ਮੀਨ ਪਈ ਹੈ, ਇੱਥੇ ਕਰੋ, ਇਹ ਐਕਸਪੀਰੀਅੰਸ ਕਰੋ। ਹਾਂ, ਆ ਪਿੱਛੇ ਜਦੋਂ ਇਜ਼ਰਾਈਲ ਜਾਣਾ ਸੀ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਢੀਂਡਸਾ ਸਾਹਿਬ ਨੂੰ ਮੈਂ ਨਾਲ ਲੈ ਕੇ ਜਾਊਂਗਾ। ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜੀ ਕੀ ਫਾਇਦਾ ਜਾਣਦਾ। ਕਹਿੰਦੇ ਮੈਂ ਕਈ ਕੰਟਰੀਆਂ ਦੇ ਕਮ ਸੇ ਕਮ ਮੈਂ 40-50 ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦਾ ਖੇਤੀ ਦਾ ਸਿਸਟਮ ਦੇਖ ਕੇ ਆਇਆ, ਪਰ ਮੈਨੂੰ ਇਹੋ ਜਿਹਾ ਤਾਂ ਕੋਈ ਵੀ ਨਹੀਂ ਲੱਗਿਆ। ਬਿਲਕੁਲ, ਜੋ ਇਹਨਾਂ ਨੇ ਬਣਾਤਾ ਤੇ ਫੈਲ ਕਿਉਂ ਨਹੀਂ ਰਿਹਾ। ਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਜੇਕਰ ਇਹ ਮਤਲਬ ਕਿ ਮੇਰੇ ਵਿੱਚ ਆਉਣ ਦੇ ਨਾਲ ਜੇਕਰ ਇਹ ਪੰਜਾਬ ਦਾ ਭਲਾ ਹੁੰਦਾ ਹੋਵੇ, ਕਿਸਾਨਾਂ ਦਾ ਭਲਾ ਹੁੰਦਾ ਹੋਵੇ, ਤਾਂ ਮੈਂ ਕਿਉਂ ਨਾ ਇਹ ਕੰਮ ਕਰਾਂ। ਬਿਲਕੁਲ, ਇਹ ਕੰਮ ਸੋਚ ਕੇ ਫਿਰ ਮੈਂ
ਇਹ ਦਸੰਬਰ ਤੋਂ ਲੱਗਿਆ। ਦਸੰਬਰ ਤੋਂ ਫਿਰ ਮੈਂ ਆਪਣੀਆਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ। ਦਸੰਬਰ ਤੋਂ ਲੋਕਾਂ ਨੂੰ ਪ੍ਰੇਰਨਾ ਸ਼ੁਰੂ ਕੀਤਾ। ਫਿਰ ਮੈਂ ਦਸੰਬਰ ਦੇ ਵਿੱਚ ਹੀ ਮੇਰੇ ਬ੍ਰਦਰ ਲੋ ਦੀ ਡੈਥ ਹੋ ਗਈ ਸੀ ਅਮਰੀਕਾ। ਮੈਂ ਉਹਨਾਂ ਦੀ ਫਿਊਨਰਲ ਤੇ ਗਿਆ ਤੇ ਉੱਥੇ ਵੀ ਮੈਂ ਕਈ ਵੀਰਾਂ ਨੂੰ ਉੱਥੇ ਕੈਲੀਫੋਰਨੀਆ ਦੇ ਵਿੱਚ ਕਈ ਲੋਕਾਂ ਨੂੰ ਮੈਂ ਮਿਲਿਆ। ਉਹਨਾਂ ਨੂੰ ਕਿਹਾ ਜੀ ਆਪਣੇ ਆਪਣੇ ਪਿੰਡ ਸਾਂਭ ਲਓ, ਭਾਈ ਆ ਬੜਾ ਵਧੀਆ ਤਰੀਕਾ, ਆਪਣੇ ਆਪਣੇ ਪਿੰਡ ਸਾਂਭ ਲਓ, ਆਪਣੇ ਪਿੰਡ ਬਚਾ ਲਓ। ਮੈਂ ਉੱਥੇ ਹੀ ਆਉਂਦਾ ਸੀ ਤੁਹਾਡੇ ਕੋਲੇ ਫੂਲਕਾ ਸਾਹਿਬ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੀਟਿੰਗ ਕੀਤੀ ਕਿਸਾਨਾਂ ਨਾਲ ਤੇ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਵੀ ਮੈਂ ਨਬਾਰਡ ਨਾਲ ਗੱਲ ਕਰਦਾ ਤੇ ਨਬਾਰਡ ਤੋਂ ਕਿਹਾ ਗਿਆ ਵੀ ਜੇ ਤੁਹਾਨੂੰ 40,000 ਜਾਂ 50,000 ਠੇਕਾ ਮਿਲਦਾ ਹੈ ਤਾਂ 1/4 ਅਸੀਂ ਤੁਹਾਨੂੰ ਦਵਾ ਦਿੰਦੇ ਹਾਂ। ਲੇਕਿਨ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਐਗਰੀ ਨਹੀਂ, ਕਿਉਂਕਿ ਇੱਕ ਵਾਰੀ ਉਹ ਖੇਤ ਖਾਲੀ ਨਹੀਂ ਛੱਡ ਸਕਦੇ, ਕਿਉਂਕਿ ਉਹਨਾਂ ਦੀ ਆਰਥਿਕ ਚੱਕਰ ਹੈ ਜਿਹੜਾ ਫਸਲੀ ਚੱਕਰ ਦੇ ਨਾਲ ਹੀ ਜੁੜਿਆ ਹੋਇਆ ਹੈ। ਹੁਣ ਤੁਸੀਂ ਇੱਕ ਸੁਝਾਅ ਦਿੱਤਾ NRIs ਨੂੰ ਕਿ ਜਿਹੜੇ NRIs ਨੇ ਉਹ ਇੱਕ $50 ਘੱਟੋ ਘੱਟ 1 ਏਕੜ ਦਾ ਛੱਡ ਦੇਣ ਤੇ 1400-1600 ਰੁਪਈਆ ਸਰਕਾਰ ਦੇ ਰਹੀ ਹੈ। ਇਹ ਕਨਸੈਪਟ ਜਿਹੜਾ ਹੈਗਾ ਇਹ ਕਿੱਦਾਂ ਦਾ ਹੈ? ਦੇਖੋ, ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਜੀ ਤੇ ਨਾਲ ਹੀ ਆਪਣੇ ਡਾਕਟਰ ਅਵਤਾਰ ਸਿੰਘ ਢੀਂਡਸਾ, ਇਹ ਦੋਨੋਂ ਇਹ ਕਹਿੰਦੇ ਆ ਖੇਤ ਖਾਲੀ ਛੱਡਣਾ ਪੋਸੀਬਲ ਨਹੀਂ ਹੈ। ਬਿਲਕੁਲ ਵਾਈਬਲ ਨਹੀਂ ਹੈ। ਤੇ ਇਹ ਸਾਡੇ ਪੰਜਾਬ ਦੇ ਕਿਸਾਨ ਨਹੀਂ ਛੱਡ ਸਕਦੇ। ਤੋ ਇਸੇ ਕਰਕੇ ਦੂਜੇ ਤਰੀਕੇ ਕਿਹੜੇ ਆ? ਆਪਾਂ ਉਹ ਤਰੀਕੇ ਅਪਣਾਈਏ। ਬਿਲਕੁਲ ਉਹ ਤਰੀਕੇ ਅਪਣਾਈਏ। ਉਹ ਤਰੀਕਾ ਅਪਣਾ ਕੇ ਜਿਵੇਂ ਇਹਨਾਂ ਨੇ ਅਵਤਾਰ ਸਿੰਘ ਫਗਵਾੜਾ ਨੇ ਜਿਹੜਾ ਤਰੀਕਾ ਖੇਤੀ ਦਾ ਲੱਭਿਆ, ਇਹ ਝੋਨੇ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਤਾਂ ਮਤਲਬ ਕਿ ਇਹ ਕਹਿੰਦੇ ਮਤਲਬ ਕਿ ਆਰਾਮ ਨਾਲ ਤੁਸੀਂ 2-2.5 ਲੱਖ ਰੁਪਏ ਸਾਲ ਦਾ ਕਮਾ ਸਕਦੇ। ਨਾਲੇ ਬੀਜ ਵੀ ਘੱਟ ਲੱਗਦਾ ਜੇ ਬਹੁਤ ਹੀ ਘੱਟ ਬੀਜ, ਖਾਦ ਬੜੀ ਘੱਟ, ਨਾ ਮਾਤਰ ਨਦੀਮ ਵੀ ਘੱਟ ਪੈਦਾ ਹੁੰਦੇ ਨੇ। ਨਦੀਮ ਨਹੀਂ ਹੁੰਦੇ, 3-3 ਫਸਲਾਂ ਲੈਣੀਆਂ। ਬਲਕਿ ਮੈਂ ਦੂਜੀ ਖੇਤੀ ਦੀ ਗੱਲ ਕਰ ਰਿਹਾ। ਪਰ ਮੈਂ ਕਿਹਾ ਕਿਉਂਕਿ ਸਾਡੇ ਲੋਕਾਂ ਨੇ ਆ 10 ਦਿਨ ਰਹਿ ਗਏ, ਦੇਖੋ ਸਿਰਫ 10 ਦਿਨ ਝੋਨੇ। ਮੈਂ ਉਦੋਂ ਇਹਨਾਂ ਨੂੰ ਦਸੰਬਰ 'ਚ ਕਹਿਤਾ, ਮੈਂ ਕਿਹਾ ਡਾਕਟਰ ਸਾਹਿਬ ਬਾਕੀ ਫਸਲਾਂ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਬਿਲਕੁਲ ਹੁਣ ਝੋਨਾ 2-3 ਮਹੀਨੇ ਨੂੰ ਆਉਣ ਵਾਲਾ, ਆਪਾਂ ਝੋਨੇ ਦੇ ਉੱਤੇ ਪੂਰਾ ਧਿਆਨ ਦੇ ਦਈਏ। ਬਿਲਕੁਲ ਸਭ ਤੋਂ ਜ਼ਿਆਦਾ ਨੁਕਸਾਨ ਝੋਨੇ ਦਾ, ਆਪਾਂ ਝੋਨੇ ਤੇ ਧਿਆਨ ਦਈਏ। ਦੂਜੀਆਂ ਜਿਹੜੀਆਂ ਫਸਲਾਂ 'ਚ ਉਹਦੇ ਸਾਡੀ ਆਮਦਨ ਨਹੀਂ ਵੱਧ ਰਹੀ ਜੀ, ਪਰ ਨੁਕਸਾਨ ਤਾਂ ਨਹੀਂ ਨਾ ਹੋ ਰਿਹਾ। ਬਿਲਕੁਲ ਨੁਕਸਾਨ ਤਾਂ ਨਹੀਂ ਨਾ ਹੋ ਰਿਹਾ। ਇਹਦੇ ਨਾਲ ਤਾਂ ਸਾਡਾ ਮਤਲਬ ਕਿ ਹਰ ਸਾਲ ਅਸੀਂ ਆਪਣੀ ਜ਼ਮੀਨ ਦਾ ਨੁਕਸਾਨ ਕਰਾ ਰਹੇ ਹਾਂ, ਉਹਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਾਂ। ਤੇ ਪਹਿਲਾਂ ਤਾਂ ਆਪਾਂ ਇਹਨੂੰ ਕਰੈਕਟ ਕਰੀਏ। ਤੇ ਇਹ ਡਾਕਟਰ ਸਾਹਿਬ ਨੂੰ ਮੈਂ ਕਨਵਿੰਸ ਕੀਤਾ, ਡਾਕਟਰ ਅਵਤਾਰ ਸਿੰਘ ਹੋਰਾਂ ਨੂੰ। ਇਹ ਕਹਿੰਦੇ ਤੁਹਾਡੀ ਗੱਲ ਬਿਲਕੁਲ ਸਹੀ ਆ। ਇਹ ਮੰਨ ਗਏ, ਕਹਿੰਦੇ ਆਪਾਂ ਪੂਰੇ ਦਾ ਪੂਰਾ ਝੋਨੇ ਦੇ ਉੱਤੇ ਜ਼ੋਰ ਲਾਈਏ। ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਪੂਰੀ ਪਲਾਨ ਕੀਤੀ ਹੋਈ ਸੀ। ਅਸੀਂ ਇਹ ਮਾਰਚ ਦੇ ਮਹੀਨੇ ਜਦੋਂ ਇਹ ਇਲੈਕਸ਼ਨ ਹੋ ਗਏ ਸੀ, ਪਹਿਲਾਂ ਸਾਰੇ ਇਲੈਕਸ਼ਨ 'ਚ ਬਿਜ਼ੀ ਸੀ। 20 ਫਰਵਰੀ ਇਲੈਕਸ਼ਨ ਹੋ ਗਏ ਸੀ, 14 ਮਾਰਚ ਨੂੰ ਰਿਜ਼ਲਟ ਨਿਕਲਣਾ ਸੀ। ਉਹ 20 ਫਰਵਰੀ ਤੇ 14 ਮਾਰਚ ਦੇ ਵਿੱਚ ਮੈਂ 10 ਦਿਨ ਦਾ ਸਾਈਕਲ ਮਾਰਚ ਕੱਢਣਾ ਸੀ ਪੰਜਾਬ ਦੇ ਵਿੱਚ। ਇਸ ਸਾਈਕਲ ਤੇ ਚੱਲਣਾ ਸੀ এনवायरमेंट ਦੇ ਮੁੱਦੇ। ਇਹ ਝੋਨੇ ਦਾ ਮੈਥਡ ਲੈ ਕੇ ਕਿ ਕੱਦੂ ਨਾ ਕਰੋ, ਇਹ ਅਸਰ ਕਰੋ। ਉਹ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ, ਮੈਨੂੰ ਹੋ ਗਿਆ ਕਰੋਨਾ ਜੀ। ਮੈਨੂੰ ਜਾ ਕੇ ਫਰਵਰੀ ਦੇ ਮਿਡ ਦੇ ਵਿੱਚ ਜਾ ਕੇ ਮੈਨੂੰ ਕਰੋਨਾ ਹੋ ਗਿਆ। ਉਹ ਕਰੋਨਾ ਹੋ ਕੇ ਉਹ ਮਾਰਚ ਦੇ ਵਿੱਚ ਮੈਂ ਉੱਠ ਹੀ ਨਹੀਂ ਸਕਿਆ ਉਹਦੇ ਵਿੱਚ। ਤੇ ਉਦੋਂ ਬਾਅਦ ਬਸ ਫਿਰ ਉਹਦੇ ਕਰਕੇ ਲੇਟ ਹੋ ਗਿਆ। ਨਹੀਂ ਮੈਂ ਤਾਂ ਸਾਈਕਲ ਤੇ ਚੱਲਣਾ ਸੀ ਸਪੇ ਸੁਨੇਹਾ ਲੈ ਕੇ। ਤੇ ਉਸ ਤੋਂ ਮਗਰੋਂ ਜਦੋਂ ਫਿਰ ਹੁਣ ਜੋ ਝੋਨੇ ਦਾ ਹੋਇਆ, ਫਿਰ ਉਹਨੂੰ ਪੰਜਾਬ ਸਰਕਾਰ ਨੇ ਵੀ 1500 ਰੁਪਏ ਕਿਹਾ ਕਿ ਜੀ 1500 ਰੁਪਏ ਦੇਵਾਂਗੇ। ਅੱਛਾ, ਇਹਦੇ ਵਿੱਚ ਜਿਹੜਾ ਹੈ ਨਾ, ਇਹ ਜੋ ਕੱਦੂ ਨਹੀਂ ਕਰੇਗਾ ਵੀ ਉਸ ਨੂੰ ਦੇਵਾਂਗੇ। ਹੁਣ ਜਦੋਂ ਮੌਕਾ ਆਇਆ, ਝੋਨਾ ਬੀਜਣ ਦਾ ਵੀ ਮੌਕਾ ਆ ਗਿਆ, ਫਿਰ ਮੈਂ ਡਾਕਟਰ ਅਵਤਾਰ ਸਿੰਘ ਨਾਲ ਗੱਲ ਕੀਤੀ ਕਿ ਹੁਣ ਤਾਂ ਮੌਕਾ ਆ ਗਿਆ, ਆਪਾਂ ਹੁਣ ਇਹ ਮੁਹਿੰਮ ਨੂੰ ਲੈ ਕੇ ਚੱਲੀਏ। ਅਸੀਂ ਇਹ ਫਿਰ ਪਹਿਲਾਂ ਤਾਂ ਸੋਸ਼ਲ ਮੀਡੀਆ 'ਤੇ ਸੀ, ਫਿਰ ਉਹ ਪ੍ਰੈਸ ਕਾਨਫਰੰਸ ਕੀਤੀ। ਉੱਥੇ ਅਸੀਂ ਇਹ ਨਾਅਰਾ ਦਿੱਤਾ ਕਿ ਮੇਰੀ ਜ਼ਮੀਨ ਮੇਰੀ ਜ਼ਿੰਮੇਵਾਰੀ। ਖਾਸ ਕਰਕੇ ਇਸ ਕਰਕੇ ਜਦੋਂ ਪੰਜਾਬ ਸਰਕਾਰ ਨੇ ਕਿਹਾ 1500 ਰੁਪਏ, ਤਾਂ ਸਾਰੇ ਲੱਗ ਪਏ, ਜਥੇਬੰਦੀਆਂ ਵੀ ਤੇ ਕਿਸਾਨ ਵੀ ਮਜ਼ਾਕ ਕੀਤਾ ਜੀ, ਮਜ਼ਾਕ ਕੀਤਾ ਜੀ, ਇਸ ਤਾਂ ਕਦੋਂ ਹੀ ਕਰਾਂਗੇ। ਉਹ ਭਾਈ ਜੇਕਰ ਸਰਕਾਰ ਤੁਹਾਨੂੰ ਪੈਸੇ ਨਹੀਂ ਦੇ ਰਹੇ ਤੇ ਅਸੀਂ ਆਪਣੀ ਤਬਾਹੀ ਆਪ ਕਰਾਂਗੇ। ਬਿਲਕੁਲ। ਮਤਲਬ ਕਿ ਮੇਰੇ ਘਰ ਨੂੰ ਲੱਗੀ ਅੱਗ, ਪਾਣੀ ਦੀ ਬਾਲਟੀ ਕੋਰੇ ਪਈ ਆ, ਮੈਂ ਰੌਲਾ ਪਾਈ ਜਾਣਾ, ਸਰਕਾਰ ਫਾਇਰ ਬ੍ਰਿਗੇਡ ਨਹੀਂ ਭੇਜ ਰਹੀ, ਪਾਣੀ ਦੀ ਬਾਲਟੀ ਨਹੀਂ ਚੁੱਕ ਰਿਹਾ। ਮੈਂ ਪਾਣੀ ਦੀ ਬਾਲਟੀ ਚੁੱਕ ਕੇ ਤੋਂ ਪਰ ਪਾਵਾਂ। ਬਿਲਕੁਲ। ਉਦੋਂ ਮਗਰੋਂ ਸਰਕਾਰ ਨੂੰ ਹੱਕਾਂ ਮਾਰਾਂ। ਤੁਸੀਂ ਤਾਂ 5 ਬਾਲਟੀਆਂ। ਅਸੀਂ ਇਹ ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ। ਪਹਿਲੀ ਇਹ ਸਰਕਾਰ ਦੀ ਜ਼ਮੀਨ ਨਹੀਂ ਹੈ। ਇਹ ਮਤਲਬ ਕਿ ਅਸੀਂ ਲੋਕਾਂ ਨੂੰ ਜਿਹੜਾ ਕਿ ਟੀਵੀ ਉੱਤੇ ਖੜੇ ਹੋ ਕੇ ਕਹੀ ਜਾਂਦੇ ਆ, ਸਰਕਾਰ ਨੇ ਪੈਸੇ ਨਹੀਂ ਦਿੱਤੇ ਤਾਂ ਮੈਂ ਤਾਂ ਕੱਦੂ ਹੀ ਕਰੂੰਗਾ। ਮਤਲਬ ਕਿ ਸਰਕਾਰ ਨੇ ਪੈਸੇ ਨਹੀਂ ਦਿੱਤੇ ਤਾਂ ਮੈਂ ਤਾਂ ਆਪਣੀ ਜ਼ਮੀਨ ਨੂੰ ਤਬਾਹ ਹੀ ਕਰੂੰਗਾ। ਬਿਲਕੁਲ। ਇਹ ਜਿਹੜਾ ਆਪਣਾ ਹੋ ਗਿਆ ਨਾ ਰਵੱਈਆ, ਇਹ ਗਲਤ ਹੈ। ਬਿਲਕੁਲ। ਤੇ ਹੁਣ ਜਦੋਂ ਦੇਖਿਆ ਕਿ ਹੁਣ ਜਿਹੜਾ ASR ਆ, ਇਹਦਾ ਤਾਂ ਬਹੁਤ ਹੀ ਫਾਇਦਾ। ਈਵਨ ਜਿਹੜਾ ਤੁਸੀਂ DSR ਵੀ ਕਿਹਾ,
ਡੀਐਸਆਰ ਦੇ ਵਿੱਚ ਵੀ ਬੜੇ ਲੋਕਾਂ ਦੇ ਡਿਫਰੈਂਟ ਤਰ੍ਹਾਂ ਦੇ ਐਕਸਪੀਰੀਅੰਸ ਆ। ਮੈਂ ਉਹੀ ਦੱਸ ਰਿਹਾ ਜੀ, ਡੀਐਸਆਰ ਸਾਡੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਰਵਾਇਤ ਸ਼ੁਰੂ ਹੋਈ ਕੌਣੀ ਪਿੰਡ ਦੇ ਵੱਡੇ ਪਲਾਟ ਨੇ ਉੱਥੇ ਰਵਿੰਦਰ ਸਿੰਘ ਓਂਕਾਰ ਸੀਡ ਔਰ ਇਸ ਤੋਂ ਇਲਾਵਾ ਧਨੋਆ ਸਾਹਿਬ ਨੇ ਕਾਫੀ ਵੱਡੇ ਫਾਰਮਰ ਨੇ ਜਿਨ੍ਹਾਂ ਨੇ ਸ਼ੁਰੂ ਕੀਤੀ। ਮੈਂ ਪਰਸੋਂ ਜਦੋਂ ਇਹ ਐਲਾਨ ਹੋਇਆ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਡੀਐਸਆਰ ਬੰਦ ਕਰ ਦਿੱਤੀ, ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਆ। ਮੇਰੀ ਕੱਲ੍ਹ ਹੀ ਚੀਫ ਐਗਰੀਕਲਚਰ ਅਫਸਰ ਮੁਕਤਸਰ ਡਾਕਟਰ ਗੁਰਪ੍ਰੀਤ ਸਿੰਘ ਨਾਲ ਗੱਲ ਹੋਈ, ਕਿਉਂਕਿ ਉਹ ਪੰਜਾਬ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਕਹਿੰਦੇ ਅਸੀਂ ਪਲਾਨ ਕਰ ਰਹੇ ਹਾਂ, ਜਿਸ ਤਰ੍ਹਾਂ ਹੁਣ ਤਰਵੱਤਰ ਕਰਕੇ ਅਸੀਂ ਝੋਨਾ ਬੀਜਣ ਦੀ ਤਿਆਰੀ ਕਰਾਂਗੇ। ਇਹ ਵਿਧੀ ਜਿਹੜੀ ਐਨਰੋਬਿਕ ਹੈ ਸ਼ਾਇਦ ਉਹਨਾਂ ਤੱਕ ਨਹੀਂ ਪਹੁੰਚੀ। ਉਹ ਤਰਵੱਤਰ ਇਹ ਹੈ ਕਿ ਪਾਣੀ ਖੜਾ ਕਰਨ ਦੀ ਲੋੜ ਨਹੀਂ, ਕੱਦੂ ਕਰਨ ਦੀ ਲੋੜ ਨਹੀਂ। ਸਰਕਾਰ ਉਸ ਤਰ੍ਹਾਂ ਦੀ ਇੱਕ ਪਾਲਿਸੀ ਦੇ ਰਹੀ ਹੈ। ਜਿਹੜੀ ਹੁਣ ਤੁਸੀਂ $50 ਵਾਲੀ ਗੱਲ ਕੀਤੀ ਹੈ, 1500 ਰੁਪਏ ਦੂਸਰੀ ਗੱਲ ਕੀਤੀ ਹੈ, ਮੇਰੀ ਜ਼ਮੀਨ ਮੈਨੂੰ ਬਚਾਉਣੀ ਪੈਣੀ ਹੈ। ਔਰ ਜਿਹੜਾ ਮੀਂਹ ਦਾ ਪਾਣੀ ਹੈ ਸਾਡਾ, ਅਸੀਂ ਉਹ ਅਜਾਈ ਜਾ ਰਹੇ ਹਾਂ ਔਰ ਧਰਤੀ ਹੇਠਲਾ ਪਾਣੀ ਸਾਡਾ ਲਗਾਤਾਰ ਡਾਊਨ ਹੋ ਜਾ ਰਿਹਾ ਹੈ। ਇਸ ਵਿਧੀ ਨਾਲ ਜਿਹੜੀ ਐਨਰੋਬਿਕ ਹੈ, ਇਹਦੇ ਨਾਲ ਤੁਸੀਂ ਮੀਂਹ ਦੇ ਪਾਣੀ ਨੂੰ ਵੀ ਪ੍ਰੀਜ਼ਰਵ ਕਰ ਰਹੇ ਹੋ। ਬਿਲਕੁਲ ਮੀਂਹ ਦਾ ਪਾਣੀ, ਕਿਉਂਕਿ ਗੱਲ ਇਹ ਆ ਜਦੋਂ ਤੁਸੀਂ ਇਹ ਕੱਦੂ ਕਰ ਦਿੰਦੇ ਆ ਨਾ ਜੀ, ਤੁਸੀਂ ਮਾਹਰਾਂ ਤੋਂ ਪੁੱਛੋ, ਉਹ ਕਹਿੰਦੇ ਸਾਡੀ ਥੱਲੇ ਇੱਕ ਲੇਅਰ ਡਿਵੈਲਪ ਹੋ ਜਾਂਦੀ ਹੈ। ਬਿਲਕੁਲ ਉਹ ਜਿਹੜੀ ਲੇਅਰ ਡਿਵੈਲਪ ਹੋ ਗਈ ਨਾ, ਇੱਕ ਤਾਂ ਨਾ ਗਮਲਾ ਬਣ ਗਿਆ, ਜ਼ਮੀਨ ਸਾਡੀ ਗਮਲਾ। ਬਿਲਕੁਲ ਉਹ ਜ਼ਮੀਨ ਦੇ ਵਿੱਚ ਜਿਹੜਾ ਗਮਲਾ, ਉਹਦੇ 'ਚ ਪਾਣੀ ਥੱਲੇ ਨਹੀਂ ਆ ਰਿਹਾ, ਪਾਣੀ ਉੱਪਰ ਹਵਾ ਛੁੱਟੀ ਜਾਂਦਾ। ਅੱਛਾ, ਪਹਿਲੀ ਤਾਂ ਇਹਦੀ ਗੱਲ, ਇਹਦੇ 'ਚ ਜਿਹੜੀ ਬਾਰਿਸ਼ ਉਹ ਘੱਟ ਪੈਂਦੀ ਹੈ। ਬਿਲਕੁਲ, ਕਿਉਂ ਜਦੋਂ ਆਲਰੇਡੀ ਹਿਊਮਿਡਿਟੀ ਹੋ ਗਈ, ਕੁਦਰਤ ਨੇ ਸਿਸਟਮ ਐਸਾ ਬਣਾਇਆ ਜਿੱਥੇ ਕਿ ਆਲਰੇਡੀ ਹਿਊਮਿਡਿਟੀ ਆ, ਨਮੀ ਜ਼ਿਆਦਾ, ਉੱਥੇ ਬਾਰਿਸ਼ ਘੱਟ ਪੈਂਦੀ ਹੈ। ਬਿਲਕੁਲ, ਜਿੱਥੇ ਸੁੱਕਿਆ ਵਾ ਉੱਥੇ ਬਾਰਿਸ਼ ਜ਼ਿਆਦਾ ਪੈਂਦੀ ਹੈ। ਇੱਕ ਤਾਂ ਉਹਦੇ ਕਰਕੇ ਬਾਰਿਸ਼ ਘਟ ਗਈ। ਦੂਜੀ ਗੱਲ, ਉਹ ਪਾਣੀ ਫਿਰ ਉੱਡੀ ਗਿਆ ਤੇ ਪਾਣੀ ਥੱਲੇ ਜ਼ਮੀਨ 'ਚ ਨਹੀਂ ਰਸਿਆ। ਜਿਨ੍ਹਾਂ ਨੇ ਇਹ ਕੱਦੂ ਬੰਦ ਕਰਤਾ, 3-4 ਸਾਲ 'ਚ ਉਹਨਾਂ ਦੀ ਜ਼ਮੀਨ ਬੜੀ ਪੋਲੀ ਹੋ ਜਾਂਦੀ ਹੈ। ਪੋਲੀ ਹੋ ਜਾਂਦੀ ਹੈ ਤੇ ਪਾਣੀ ਥੱਲੇ ਜਾਣਾ ਸ਼ੁਰੂ ਹੋ ਜਾਂਦਾ ਤੇ ਬਾਰਿਸ਼ਾਂ ਵੀ ਉੱਥੇ ਜ਼ਿਆਦਾ ਪੈਂਦੀਆਂ। ਤਾਂ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ, ਇਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਅੱਛਾ, ਮੈਂ ਕਈਆਂ ਲੋਕਾਂ ਤੋਂ ਪੁੱਛਿਆ, ਉਹਨਾਂ ਨੇ ਕਿਹਾ, ਮੇਰੇ ਪਿੰਡ ਵੀ ਕਈਆਂ ਨੇ ਡੀਐਸਆਰ ਵਿਧੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜੀ ਸਾਡਾ 10 ਗੱਟੇ ਝਾੜ ਘਟਿਆ ਅੱਗੇ ਨਾਲੋਂ, ਕਿੱਲੇ ਦਾ ਮਤਲਬ ਕਿ 4 ਕੁਇੰਟਲ ਜੀ ਝਾੜ ਘਟਿਆ। ਕਹਿੰਦੇ ਪਰ ਸਾਡਾ 8-9 ਹਜ਼ਾਰ ਰੁਪਏ ਬਚਿਆ, ਜਿਹੜੀ ਲਾਗਤ ਬਚੀ ਆ ਬਿਲਕੁਲ ਉਹ ਉੱਥੇ ਬਰੋਬਰ ਆ ਗਈ ਜੀ, ਉਹਦੇ ਬਰੋਬਰ ਆ ਗਈ। ਅੱਛਾ, ਨਦੀਨ ਦੀ ਸਮੱਸਿਆ ਦਾ ਵੀ ਹੁਣ ਹੱਲ ਹੈਗਾ। ਜੇ ਡੀਐਸਆਰ ਵੀ ਕਿਸੇ ਨੇ ਕਰਨੀ ਹੈ, ਨਦੀਨ ਦੀ ਸਮੱਸਿਆ ਦਾ ਵੀ ਹੱਲ ਹੈਗਾ, ਉਹ ਵੀ ਹੁਣ ਇਸ ਟਾਈਮ ਹੋ ਸਕਦਾ। ਜੇ ਕਿਸੇ ਨੇ ਡੀਐਸਆਰ ਵੀ ਕਰਨੀ ਆ, ਉਹਦੇ ਵਿੱਚ ਵੀ ਨੁਕਸਾਨ ਨਹੀਂ ਹੈ, ਬਰੋਬਰ ਆ। ਬਿਲਕੁਲ, ਦੂਜੀ ਗੱਲ, ਤੁਸੀਂ ਉਹ ਵੀ ਤਾਂ ਦੇਖੋ ਨਾ, ਜ਼ਮੀਨ ਵੀ ਤਾਂ ਬਚ ਗਈ। ਬਿਲਕੁਲ, ਉਹਦੇ ਵਾਸਤੇ ਹੀ ਮੈਂ ਜਿਹੜਾ ਕਹਿ ਰਿਹਾ ਐਨਆਰਆਈ ਨੂੰ, ਵੀ ਤੁਸੀਂ $50 ਕਿੱਲੇ ਦੇ, ਮੈਨੂੰ ਕਈਆਂ ਦੇ ਫੋਨ ਆਏ ਜੀ ਮਹੀਨੇ ਦੇ, ਮੈਂ ਕਿਹਾ ਭਾਈ ਸਾਲ ਦੇ ਠੇਕਾ ਤਾਂ ਆਪਾਂ ਸਾਲ ਦਾ ਦੇਈਦਾ। ਜੇ ਤੁਸੀਂ 60,000 65,000 ਦਾ ਠੇਕਾ ਦਿੱਤਾ, ਤੁਸੀਂ $50 ਮਿਲ ਕੇ 3,500 ਰੁਪਏ ਵਿੱਚ ਤੁਸੀਂ ਛੱਡ ਦਿਓ, 1,500 ਸਰਕਾਰ ਨੇ ਦੇਣੇ, 5,000 ਬਚ ਗਿਆ ਜੀ। ਉਹ 5,000 ਦਾ ਠੇਕੇ ਵਾਲ ਦਾ ਫਾਇਦਾ ਹੋਇਆ ਨਾ। ਮੈਂ ਤੁਹਾਡੀ ਗੱਲ ਅੱਗੇ ਵਧਾ ਦਿਆਂ। ਕੱਲ ਮੈਨੂੰ ਪਤਾ ਲੱਗਿਆ ਕੈਨੇਡਾ ਦੇ ਵਿੱਚ ਇੱਕ ਸਰਵੇ ਹੋਇਆ ਔਰ ਉਸ ਸਰਵੇ ਦੇ ਵਿੱਚ ਤੁਹਾਡੀ ਗੱਲ ਸਵੀਕਾਰ ਕਰ ਲਈ ਗਈ ਹੈ ਔਰ ਐਨਆਰਆਈ ਭਰਾਵਾਂ ਨੇ ਇੱਕ ਮਤਾ ਵੀ ਪਾ ਦਿੱਤਾ ਗਿਆ ਕਿ ਜਿਹੜੀ ਅਸੀਂ ਜ਼ਮੀਨ ਕਿਸੇ ਨੂੰ ਠੇਕੇ ਤੇ ਦੇਵਾਂਗੇ, ਅਸੀਂ ਉਹਦੇ ਤੇ ਲਿਖਤ ਕਰਾਂਗੇ ਵੀ ਤੂੰ ਝੋਨੇ ਦੀ ਬਿਜਾਈ ਨਹੀਂ ਕਰੇਗਾ। ਵਾਹ, ਇਹ ਤਾਂ ਉੱਪਰਲ ਦਾ ਕ੍ਰਿਸ਼ਮਾ, ਉੱਪਰਲ ਦਾ ਕ੍ਰਿਸ਼ਮਾ। ਜਦੋਂ ਮੇਰਾ ਖਿਆਲ ਆ, ਜਦੋਂ ਜ਼ਿਆਦਾ ਅੱਤ ਆ ਜਾਂਦੀ ਹੈ ਨਾ, ਉਦੋਂ ਬਾਬਾ ਆਪ ਹੀ ਦੇਖਦਾ, ਸਾਡੀ ਮੱਧ ਮੁੱਤੀ ਨਹੀਂ ਚੱਲਦੀ। ਮੈਨੂੰ ਮੌਂਟਰੀਅਲ ਤੋਂ ਸਰਦਾਰ ਅਵਤਾਰ ਸਿੰਘ ਸੰਧੂ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਵੀ ਫੂਲਕਾ ਸਾਹਿਬ ਦੀ ਜਿਹੜੀ ਗੱਲ ਹੈ, ਜਿਹੜਾ ਉਹ ਮੁੱਦਾ ਚੱਕ ਰਹੇ ਨੇ, ਸਾਡੇ ਇੱਥੇ ਰਿਸਰਚ ਹੋ ਗਈ ਹੈ। ਉਹ ਇੱਕ ਕਿਸੇ ਅੰਗਰੇਜ਼ ਨੈਸ਼ਨਲ ਉੱਥੋਂ ਦੇ ਜਿਹੜੇ ਮੇਨ ਸਟ੍ਰੀਮ ਮੀਡੀਆ ਨੇ ਇਸ ਦਾ ਸਰਵੇ ਕਰਕੇ ਦੱਸਿਆ ਤੇ ਉਹਨਾਂ ਨੇ ਪੰਜਾਬੀ ਜਿਹੜੇ ਸਾਡੇ ਐਨਆਰਆਈਜ਼ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਇੰਸ਼ੋਰੈਂਸ ਲਿਆ ਵੀ ਅਸੀਂ ਜ਼ਮੀਨ ਠੇਕੇ ਤੇ ਤਾਂ ਦੇਵਾਂਗੇ ਲਿਖਤੀ ਤੌਰ ਦੇ ਉੱਤੇ ਕਿ ਜਸਵਿੰਦਰ ਸਿੰਘ ਬਿੱਟਾ ਇੱਥੇ ਕੱਦੂ ਝੋਨਾ ਨਹੀਂ ਬੀਜੂਗਾ, ਤੇ ਦੂਜੀ ਗੱਲ ਕੱਦੂ ਕਰਨ ਵਾਲੀ ਤਾਂ ਸੋਚ ਹੀ ਨਹੀਂ ਸਕਦੇ। ਇਹ ਤਾਂ ਅਕਾਲ ਪੁਰਖ ਦਾ ਕ੍ਰਿਸ਼ਮਾ, ਆਹ ਕ੍ਰਿਸ਼ਮਾ ਮੈਂ ਤੁਹਾਨੂੰ ਅੱਜ ਦਾ ਦਿਖਾ ਦੇਣਾ ਜੀ। ਤੁਸੀਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗਏ ਸੀ ਤੇ ਜਥੇਦਾਰ ਸਾਹਿਬ ਨੇ ਤਾਂ ਜਿਵੇਂ ਕਿ ਬਾਬੇ ਨੇ ਐਸੀ ਸਿੱਧੀ ਕੀਤੀ, ਉਹ ਤਾਂ ਬੈਠੇ ਸੀ ਜਿਵੇਂ ਤਿਆਰ ਹੀ ਬੈਠੇ ਸੀ। ਉਹਨਾਂ ਨੇ ਜਾਂਦੇ ਸਰ ਸਾਡੀ ਗੱਲ ਸੁਣ ਕੇ ਸ਼ਡਿਊਲ ਬਣਾਤਾ, ਖੇਤੀ ਸਤਸੰਗ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ। ਆਹ ਦੇਖ ਲਓ, ਇਹ ਉਹਨਾਂ ਨੇ ਬਣਾਤਾ। ਕਦੋਂ ਸ਼ੁਰੂ ਕਰ ਰਹੇ ਹੋ ਜੀ? 10 ਮਈ ਤੋਂ ਸ਼ੁਰੂ ਹੋ ਰਿਹਾ। ਦਮਦਮਾ ਸਾਹਿਬ ਜਥੇਦਾਰ ਸਾਹਿਬ ਫੂਲਕਾ ਸਾਹਿਬ ਖੁਸ਼ੀ ਦੇ ਹੰਝੂ ਨੇ ਬਾਬੇ ਦੇ। ਸੋ ਫੂਲਕਾ ਸਾਹਿਬ ਦੇ ਜਿਹੜੇ ਭਾਵਕ ਵੀ ਹੋ ਗਏ, ਕਿਉਂਕਿ ਭਾਵਕ ਹੋਣ ਵਾਲਾ ਮੁੱਦਾ ਹੈ। ਅਕਸਰ ਅਸੀਂ ਰਾਜਨੀਤਿਕ ਲੋਕਾਂ ਦੀਆਂ ਜਿਹੜੀਆਂ ਰਿਪੋਰਟਾਂ ਦੇਖਦੇ ਨੇ, ਖਬਰਾਂ ਦੇਖਦੇ ਨੇ, ਪਰ ਜਦੋਂ ਅਸੀਂ ਵਾਤਾਵਰਣ ਦੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਲੋਕ ਇਹਦੇ ਵਿੱਚ ਇੰਟਰਸਟ ਰੱਖਦੇ ਨੇ। ਲੇਕਿਨ ਸਿੱਖ ਚਿੰਤਕ, ਪ੍ਰਸਿੱਧ ਐਡਵੋਕੇਟ, ਵਿਰੋਧੀ ਧਿਰ ਦੇ ਨੇਤਾ ਰਹੇ,
ਔਰ ਦਿੱਲੀ ਦੇ ਵਿੱਚ ਸਰਗਰਮ ਹੁੰਦਿਆਂ ਪੰਜਾਬ ਆਪਦੀ ਮਿੱਟੀ ਨਾਲ ਜੁੜੇ ਹੋਏ ਸਰਦਾਰ ਐਚ.ਐਸ. ਫੂਲਕਾ ਜੀ ਜਦੋਂ ਹੋਕਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਏ ਨੇ। ਔਰ ਖੇਤੀ ਸਤਸੰਗ ਦੀ ਅਸੀਂ ਗੱਲ ਕਰ ਰਹੇ ਹਾਂ, ਐਨਰੋਬਿਕ ਜਿਹੜੀ ਸੋਇੰਗ ਰਾਈਸ ਹੈ ਉਹਦੀ ਵਿਧੀ ਦੀ ਗੱਲ ਕਰ ਰਹੇ ਹਾਂ। ਫੂਲਕਾ ਸਾਹਿਬ, ਕੀ ਪ੍ਰੋਗਰਾਮ ਹੈਗਾ, ਕਿੰਨੀ ਤਰੀਕ ਤੋਂ ਸ਼ੁਰੂ ਕਰ ਰਹੇ ਹੋ? ਦੇਖੋ, ਇਹ 10 ਮਈ ਤੋਂ ਸ਼ੁਰੂ ਹੋਣਾ। ਦਮਦਮਾ ਸਾਹਿਬ ਜਥੇਦਾਰ ਸਾਹਿਬ ਆਪ ਕਰਨਗੇ ਜੀ, ਤੇ ਫਿਰ ਉੱਥੇ ਤਲਵੰਡੀ ਭਾਈ ਗਰਲਸ ਕਾਲਜ ਦੇ ਵਿੱਚ ਵੀ ਆ ਜੀ। ਫਿਰ 11 ਮਈ ਨੂੰ ਸਵੇਰੇ 10 ਵਜੇ ਦੀਨਾ ਸਾਹਿਬ ਕਾਂਗੜ ਦੇ ਕੋਲੇ ਆ ਜਿਹੜਾ, ਤੇ 1 ਵਜੇ ਭਦੌੜ ਮੇਰਾ ਪਿੰਡ ਆ ਜੀ, ਭਦੌੜ ਗੁਰਦੁਆਰਾ ਸਾਹਿਬ 'ਚ ਆ, ਜੀ। ਤੇ 4 ਵਜੇ ਬਾਬਾ ਗਾਂਧਾ ਸਿੰਘ ਜੀ, ਬਰਨਾਲੇ ਬਾਬਾ ਗਾਂਧਾ ਸਿੰਘ ਸਕੂਲ ਦੇ ਵਿੱਚ। ਜੀ। 12 ਮਈ ਨੂੰ ਸਵੇਰੇ 10 ਵਜੇ ਮਸਤੂਆਣਾ ਸਾਹਿਬ ਜੀ, ਗੁਰਦੁਆਰਾ ਸਾਹਿਬ, 1 ਵਜੇ ਨਾਨਕਿਆਣਾ ਸਾਹਿਬ ਸੰਗਰੂਰ, ਜੀ, ਤੇ ਸ਼ਾਮ ਨੂੰ 4 ਵਜੇ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਜੀ, ਉੱਥੇ ਹੋਣਾ ਜੀ। ਜੀ। ਉਸ ਤੋਂ ਬਾਅਦ ਫਿਰ 15 ਮਈ ਨੂੰ ਸਵੇਰੇ ਬਹਾਦਰਗੜ੍ਹ ਸਾਹਿਬ, ਜੀ, ਬਹਾਦਰਗੜ੍ਹ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਉੱਥੇ ਹੋਣਾ। ਉਸ ਤੋਂ ਬਾਅਦ ਰਾਜਪੁਰੇ, ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਫਤਿਹਗੜ੍ਹ ਸਾਹਿਬ, ਜੀ। ਤੇ ਉਸ ਤੋਂ ਮਗਰੋਂ ਫਿਰ 16 ਮਈ ਨੂੰ ਸਵੇਰੇ 10 ਵਜੇ ਕੇਸ਼ਗੜ੍ਹ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ। ਹਾਂ ਅਨੰਦਪੁਰ ਸਾਹਿਬ, ਜੀ। ਤੇ 2 ਵਜੇ ਚਮਕੌਰ ਸਾਹਿਬ, 4 ਵਜੇ ਇਹ ਜੀ ਮਾਛੀਵਾੜਾ ਸਾਹਿਬ, ਜੀ। ਤੇ 17 ਮਈ ਨੂੰ ਇਹ ਫਗਵਾੜਾ ਸੁਖਚੈਨਿਆਣਾ ਸਾਹਿਬ ਗੁਰਦੁਆਰਾ, ਜੀ। ਤੇ 1 ਵਜੇ ਇਹ ਹੁਸ਼ਿਆਰਪੁਰ ਮਹਲਪੁਰ, ਤੇ 4 ਵਜੇ ਇਹ ਬੋਦਲ, ਜੀ, ਗਰਨਾ ਸਾਹਿਬ ਗੁਰਦੁਆਰਾ ਬੋਦਲ, ਜੀ। ਤੇ 19 ਮਈ ਨੂੰ ਖਡੂਰ ਸਾਹਿਬ ਬਾਬਾ ਜੀ ਦੇ ਡੇਰੇ ਤੇ ਬਾਬਾ ਸੇਵਾ ਸਿੰਘ ਜੀ ਦੇ, ਤੇ 1 ਵਜੇ ਉਸੇ 19 ਮਈ ਨੂੰ ਹੀ ਚੋਲਾ ਸਾਹਿਬ ਗੁਰਦੁਆਰੇ, ਜੀ। ਤੇ 4 ਵਜੇ ਇਹ ਝਬਾਲ ਗੁਰਦੁਆਰੇ, ਜੀ। 20 ਮਈ ਨੂੰ ਜੀ ਇਹ ਡੇਰਾ ਬਾਬਾ ਨਾਨਕ ਸਵੇਰੇ 9 ਵਜੇ, 1 ਵਜੇ ਹੈਗਾ ਜੀ ਇਹ ਬਾਬਾ ਬੁੱਢਾ ਸਾਹਿਬ ਰਮਦਾਸ, ਤੇ 4 ਵਜੇ ਹੈਗਾ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਬਾਬਾ ਬਕਾਲਾ, ਜੀ। ਤੇ 21 ਮਈ ਨੂੰ ਜੀ ਇਹ ਬਾਬਾ ਬੁੱਢਾ ਸਾਹਿਬ ਜਨਮ ਸਥਾਨ ਕੱਥੂ ਨੰਗਲ, 1 ਵਜੇ ਹੈਗਾ ਜੀ ਸਤਲਾਨੀ, ਜੀ, ਸਾਹਿਬ ਗੁਰਸਰ, ਤੇ 4 ਵਜੇ ਸ਼ਾਮ ਨੂੰ ਸੰਨ ਸਾਹਿਬ ਬਾਸਰ ਕੇ ਗਿੱਲਾਂ, ਜੀ। ਇਹ ਕਿਉਂਕਿ 21 ਮਈ ਤੋਂ ਬਾਅਦ ਫਿਰ ਉਦੋਂ ਫਿਰ ਇਹ ਸਿੱਧੀ ਬਜਾਈ ਵਾਲਾ ਹੋ ਜਾਂਦਾ, ਤੇ ਇਹ 10 ਦਿਨ ਦਾ ਪ੍ਰੋਗਰਾਮ ਜਿਹੜਾ ਬਣਾਇਆ, ਲਗਾਤਾਰ ਬਣਾਇਆ, ਜੀ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਗੁਰਦੁਆਰੇ ਦੀ ਜ਼ਮੀਨਾਂ ਦੇ ਠੇਕੇਦਾਰ ਉਹ ਹੋਣਗੇ, ਜੀ। ਆਸੇ-ਪਾਸੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਊਗੀ, ਜੀ। ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਤੇ ਨਾਲ ਜਿਹੜੇ ਮਾਹਰ ਨੇ ਜਾ ਕੇ ਨਾਲੇ ਜਿਹੜੇ ਕਿਸਾਨਾਂ ਨੇ ਕੀਤਾ, ਆਪਣੇ ਤਜਰਬੇ ਨਾਲ ਕਿਸਾਨ ਆਸੇ-ਪਾਸੇ ਦੇ ਏਰੀਆ ਦੇ ਆ ਕੇ ਦੱਸਣਗੇ, ਤੇ ਉੱਥੇ ਇਹ ਖੇਤੀ ਸਤਸੰਗ, ਮਤਲਬ ਕਿ ਨਾਮ ਬੜਾ ਵਧੀਆ ਉਹਨਾਂ ਨੇ ਲਿਖਿਆ, ਉਹ ਕੁਲਦੀਪ ਸਿੰਘ ਮਧਕੇ ਹੋਰਾਂ ਨੇ ਤੇ ਮਾਝੀ ਹੋਰਾਂ ਨੇ ਖੇਤੀ ਸਤਸੰਗ ਦਾ ਨਾਮ ਦਿੱਤਾ। ਇਹ ਖੇਤੀ ਸਤਸੰਗ ਜੋ ਹੋਏਗਾ, ਤੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਬੜੇ ਅਮੀਰ ਸਿੱਖ ਨੇ ਆਸਟ੍ਰੇਲੀਆ 'ਚ ਗੁਰੂ ਸਾਹਿਬ ਦੀ ਬੜੀ ਮਿਹਰ ਆ ਉਹਨਾਂ ਤੇ, ਜਤਿੰਦਰਪਾਲ ਸਿੰਘ ਓਪਲ, ਜੀ, ਜਿਹੜੇ ਕਿ ਸਹਿਜ ਪਾਠ ਦੀ ਲਹਿਰ ਚਲਾ ਰਹੇ ਆ ਇਸ ਟਾਈਮ। ਲੱਖਾਂ ਲੋਕ ਉਹਨਾਂ ਨਾਲ ਸਹਿਜ ਪਾਠ ਤੇ ਲੱਗੇ ਹੋਏ ਆ, ਤੇ 3200 ਸਕੂਲਾਂ ਤੇ ਕਾਲਜਾਂ ਦੇ ਵਿੱਚ ਉਹਨਾਂ ਦਾ ਇਸ ਟਾਈਮ ਪ੍ਰੋਗਰਾਮ ਚੱਲ ਰਿਹਾ। ਉਹਨਾਂ ਦੇ ਇੱਥੇ ਜੋ ਮੈਨੇਜ ਕਰਦੇ ਆ ਸਰ ਰਾਜਪਾਲ ਸਿੰਘ, ਉਹ ਵੀ ਸਾਡੇ ਨਾਲ ਹੀ ਨੇ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪੰਫਲੇਟ ਆ ਉਹ ਆਪਣੇ ਆਸੇ-ਪਾਸੇ ਏਰੀਆ ਦੇ ਵਿੱਚ ਸਾਰੇ ਅਖਬਾਰਾਂ ਵਿੱਚੋਂ ਵੰਡਣਗੇ। 10 ਲੱਖ ਪੰਫਲੇਟ ਸਾਰੇ ਅਖਬਾਰਾਂ 'ਚ ਪਾ ਕੇ ਪੰਜਾਬ 'ਚ ਭੇਜਣਗੇ। ਉਹ ਆਸੇ-ਪਾਸੇ ਏਰੀਆ ਦੇ ਵਿੱਚ ਉਹ ਅਨਾਉਂਸਮੈਂਟ ਕਰਵਾਉਣਗੇ, ਤੇ ਕਰਕੇ ਇਹ ਸਾਰੇ ਦੇ ਸਾਰਿਆਂ ਨੂੰ ਆਪਾਂ ਨੂੰ ਇਸ ਪਾਸੇ ਨੂੰ ਪੈਣਾ ਪੂਰੇ ਜੋਰਾਂ ਸ਼ੋਰਾਂ ਨਾਲ, ਤਾਂ ਹੀ ਜਾ ਕੇ ਇਹ ਪੰਜਾਬ ਦਾ ਸੁਧਾਰ ਹੋ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਕਹਿੰਦਾ ਇਹ ਸਮਾਜ ਨੂੰ ਬਦਲਣਾ, ਸਰਕਾਰਾਂ ਬਦਲਣ ਦੇ ਨਾਲ ਸਮਾਜ ਨਹੀਂ ਬਦਲਦੇ। ਸਮਾਜ ਨੂੰ ਬਦਲਣਾ, ਇਹ ਸਮਾਜ ਨੂੰ ਸਿਰਫ ਸਮਾਜ ਸੇਵੀ ਬਦਲ ਸਕਦੇ ਆ, ਸਿਆਸੀ ਲੋਕ ਨਹੀਂ ਬਦਲ ਸਕਦੇ। ਬਿਲਕੁਲ, ਸਿਆਸੀ ਲੋਕਾਂ ਨੂੰ ਹੁੰਦਾ ਵੋਟਾਂ ਦਾ ਫਿਕਰ, ਜੀ, ਸਮਾਜ ਸੇਵੀਆਂ ਨੂੰ ਹੁੰਦਾ ਲੋਕਾਂ ਦਾ ਫਿਕਰ। ਤੇ ਇਹ ਇਸ ਟਾਈਮ ਜਿਹੜੇ ਸਮਾਜ ਸੇਵੀ ਆ ਉਹ ਹੀ ਅੱਗੇ ਆਉਣ, ਸਿਆਸਤਦਾਨਾਂ ਨਾਲ ਸਾਥ ਲੈ ਕੇ ਚਲੋ। ਗਵਰਨਮੈਂਟ ਨੂੰ ਸਾਥ ਲੈਣਾ ਪੈਂਦਾ, ਨੀਤੀ ਘਾੜੇ ਉਹ ਵੀ ਕੁਛ ਨਾ ਕੁਛ ਹੱਦ, ਬਿਲਕੁਲ ਸਹੀ ਆ, ਬਟ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ, ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਪ੍ਰਤੀ, ਆਪਣੀ ਜ਼ਿੰਮੇਵਾਰੀ ਆਪਣੇ ਗੁਰੂ ਪ੍ਰਤੀ। ਬਿਲਕੁਲ। ਸੋ ਫੂਲਕਾ ਸਾਹਿਬ ਇਹੀ ਨਾਰਾ, ਇਹੀ ਸੁਨੇਹਾ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੇ ਨੇ, ਬੜੇ ਆਸਵੰਦ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਵਾਤਾਵਰਨ ਦੀ ਗੱਲ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ, ਮੀਂਹ ਦੇ ਪਾਣੀ ਨੂੰ ਬਚਾਉਣ ਦੀ ਗੱਲ, ਔਰ ਖੇਤੀ ਨੂੰ ਲਾਹੇਵੰਦ ਬਣਾਉਣ ਦੀ ਗੱਲ ਕਰਦੇ ਰਹਾਂਗੇ। ਸੋ ਇਸੇ ਆਸ ਨਾਲ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ TV।